ਪਾਕਿਸਤਾਨ ਦੇ ਪੰਜਾਬ ਦੇ ਸਿੰਧ ਸੂਬਿਆਂ ਦਰਮਿਆਨ ਦਰਿਆਈ ਪਾਣੀਆਂ ਦੀ ਵੰਡ ਨੂੰ ਲੈ ਕੇ ਵਿਵਾਦ ਮੁੜ ਜ਼ੋਰ ਫੜ ਗਿਆ ਹੈ। ਡੰਡੀ ਨਛਿੱਤਰਵਾਰ ਨੂੰ ਸਿੰਧ ਸਰਕਾਰ ਵੱਲੋਂ ਇੱਕ ਕੇਂਦਰੀ ਟੀਮ ਨੂੰ ਬੈਰੇਜ ਦੇ ਦੇਰੇ ਤੋਂ ਰੋਕਣ ਨਾਲ ਇਸ ਵਿਵਾਦ ਨੇ ਨਵਾਂ ਮੋੜ ਲਿਆ। ਡੰਡੀ ਕੇਂਦਰੀ ਸਰਕਾਰ ਨੇ ਸਿੰਧ ਸਰਕਾਰ ਉੱਤੇ ਪਾਣੀ ਦੇ ਮਸਲੇ ਨੂੰ ਬੇਲੋੜਾ ਉਲਝਾਉਣ ਅਤੇ ਇਸ ਦੇ ਹੱਲ ਦੇ ਯਤਨ ਸਾਬੋਤਾਜ ਕਰਨ ਦੇ ਦੋਸ਼ ਲਾਏ ਹਨ। ਡੰਡੀ ਦੂਜੇ ਪਾਸੇ ਸਿੰਧ ਸਰਕਾਰ ਦਾ ਕਹਿਣਾ ਹੈ ਕਿ ਕੇਂਦਰੀ ਜਲ ਸਰੋਤ ਮੰਤਰਾਲੇ ਦੀ ਟੀਮ ਬਿਨਾਂ ਕਿਸੇ ਪੂਰਵ ਸੂਚਨਾ ਦੇ ਗੁੱਡੂ ਬੈਰੇਜ ਦਾ ਨਿਰੀਖਣ ਕਰਨ ਆਈ। ਡੰਡੀ ਇਹ ਨਿਰੀਖਣ ਗੈਰ ਕਾਨੂੰਨੀ ਸੀ ਕਿਉਂਕਿ ਦਰਿਆਈ ਪਾਣੀਆਂ ਦੀ ਉਪਲਬਧਤਾ ਤੇ ਵੰਡ ਦਾ ਜਾਇਜ਼ਾ ਲੈਣ ਅਤੇ ਇਹਨਾਂ ਬਾਰੇ ਝਗੜੇ ਝਮੇਲੇ ਦੂਰ ਕਰਨ ਦੀ ਜ਼ਿੰਮੇਵਾਰੀ ਇੰਡਸ ਰਿਵਰ ਸਿਸਟਮ ਅਥਾਰਟੀ ਇਰਸਾ ਦੀ ਹੈ। ਡੰਡੀ ਇਰਸਾ ਦਾ ਕੋਈ ਵੀ ਨੁਮਾਇੰਦਾ ਇਸ ਕੇਂਦਰੀ ਟੀਮ ਵਿੱਚ ਸ਼ਾਮਲ ਨਹੀਂ ਸੀ। ਡੰਡੀ ਗੁੱਡੂ ਬੈਰੇਜ ਸੂਬਾ ਸਿੰਧ ਦੇ ਕੈਸ਼ਮੋਰ ਜ਼ਿਲ੍ਹੇ ਵਿੱਚ ਪੈਂਦਾ ਹੈ। ਡੰਡੀ 1355 ਮੀਟਰ ਲੰਮੇ ਇਸ ਬੈਰੇਜ ਤੋਂ ਦੋ ਨਹਿਰਾਂ ਰਾਹੀਂ ਪਾਣੀ ਸਿੰਧ ਦੇ 7 ਜ਼ਿਲ੍ਹਿਆਂ ਵਿੱਚ ਪਹੁੰਚਾਇਆ ਜਾਂਦਾ ਹੈ। ਡੰਡੀ ਕੁਝ ਪਾਣੀ ਪੰਜਾਬ ਨੂੰ ਵੀ ਮਿਲਦਾ ਹੈ। ਡੰਡੀ ਪੰਜਾਬ ਦਾ ਦਾਅਵਾ ਹੈ ਕਿ ਸਿੰਧ ਵੱਲੋਂ ਉਸ ਨੂੰ ਪਾਣੀਆਂ ਦਾ ਬਣਦਾ ਹਿੱਸਾ ਨਹੀਂ ਦਿੱਤਾ ਜਾ ਰਿਹਾ। ਡੰਡੀ ਦੂਜੇ ਪਾਸੇ ਸਿੰਧ ਦਾ ਦਾਅਵਾ ਹੈ ਕਿ ਗੁੱਡੂ ਤੇ ਸੱਖੜ ਬੈਰਜਾਂ ਉੱਤੇ ਪਾਣੀ ਦੀ ਆਮਦ ਪਹਿਲਾਂ ਹੀ ਬਹੁਤ ਘੱਟ ਹੈ। ਡੰਡੀ ਲਿਹਾਜ਼ਾ ਉਸ ਪੰਜਾਬ ਨੂੰ ਸੀਮਤ ਮਿਕਦਾਰ ਵਿੱਚ ਹੀ ਪਾਣੀ ਦੇ ਸਕਦਾ ਹੈ। ਡੰਡੀ ਦੋਵਾਂ ਸੂਬਿਆਂ ਦੀਆਂ ਸ਼ਿਕਾਇਤਾਂ ਦੀ ਪੜਤਾਲ ਵਾਸਤੇ ਇਰਸਾ ਦੀ 3 ਧਿਰੀ ਨਿਗਰਾਨ ਟੀਮ ਨੇ 13 ਜੂਨ ਨੂੰ ਗੁੱਡੂ ਤੇ ਹੋਰ ਬੈਰਜਾਂ 'ਤੇ ਆਉਣਾ ਸੀ। ਡੰਡੀ ਪਰ ਉਸ ਦੀ ਆਮਦ ਤੋਂ ਪਹਿਲਾਂ ਹੀ ਵਾਟਰ ਐਂਡ ਪਾਵਰ ਡਿਵੈਲਪਮੈਂਟ ਅਥਾਰਟੀ ਵਾਪਦਾ ਵੱਲੋਂ ਭੇਜੀ ਟੀਮ 12 ਜੂਨ ਨੂੰ ਗੁੱਡੂ ਬੈਰੇਜ 'ਤੇ ਪਹੁੰਚ ਗਈ। ਡੰਡੀ ਅਜਿਹਾ ਕਰਨ ਤੋਂ ਪਹਿਲਾਂ ਸਿੰਧ ਸਰਕਾਰ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਡੰਡੀ ਅੰਗਰੇਜ਼ੀ ਰੋਜ਼ਨਾਮਾ ਡਾਨ ਦੀ ਰਿਪੋਰਟ ਮੁਤਾਬਕ ਸਿੰਧ ਦੇ ਅਧਿਕਾਰੀਆਂ ਨੇ ਕੇਂਦਰੀ ਟੀਮ ਨਾਲ ਜੁੜੇ ਜਾਇਜ਼ਕਾਰਾਂ ਨੂੰ ਬੈਰੇਜ ਵੱਲ ਨਹੀਂ ਜਾਣ ਦਿੱਤਾ। ਡੰਡੀ ਕੈਸ਼ਮੋਰ ਪੁੱਜਣ ਤੋਂ ਪਹਿਲਾਂ ਇਹੋ ਟੀਮ ਪੰਜਾਬ ਦੇ ਡੇਰਾ ਗਾਜ਼ੀ ਖਾਨ ਜ਼ਿਲ੍ਹੇ ਵਿੱਚ ਸਥਿਤ ਟੌਂਸਾ ਬੈਰੇਜ ਦਾ ਮੁਆਇਨਾ ਕਰਨ ਗਈ। ਡੰਡੀ ਕੇਂਦਰੀ ਟੀਮ ਨੂੰ ਰੋਕੇ ਜਾਣ ਦਾ ਕੇਂਦਰੀ ਜਲ ਸਰੋਤ ਮੰਤਰੀ ਨੇ ਬੁਰਾ ਮਾਇਆ। ਡੰਡੀ ਕੌਮੀ ਅਸੈਂਬਲੀ ਦੀ ਦਰਿਆਈ ਪਾਣੀਆਂ ਬਾਰੇ ਸਥਾਈ ਕਮੇਟੀ ਦੇ ਮੁਖੀ ਨਵਾਜ਼ ਯੂਸਫ ਤਾਲਪੁਰ ਨੇ ਵੀ ਸਿੰਧ ਸਰਕਾਰ ਦੀ ਕਾਰਵਾਈ ਦੀ ਨਿੰਦਾ ਕੀਤੀ। ਡੰਡੀ ਦੂਜੇ ਪਾਸੇ ਸਿੰਧ ਦੇ ਸਿੰਜਾਈ ਸਕੱਤਰ ਮੁਹੰਮਦ ਸਲੀਮ ਰਜ਼ਾ ਨੇ ਕੇਂਦਰੀ ਜਲ ਸਰੋਤ ਤੇ ਸਿੰਜਾਈ ਸਾਧਨ ਸਕੱਤਰ ਨੂੰ ਪੱਤਰ ਲਿਖਿਆ ਹੈ ਕਿ ਕੇਂਦਰ ਸਰਕਾਰ ਨੇ
ਇਰਸਾ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਜੇਕਰ ਫੌਰੀ ਤੌਰ 'ਤੇ ਨਾ ਰੋਕੀ ਤਾਂ ਸੂਬਾ ਸਰਕਾਰ ਸਥਾਈ ਕਮੇਟੀ ਦੀ 15 ਜੂਨ ਨੂੰ ਹੋਣ ਵਾਲੀ ਮੀਟਿੰਗ ਵਿੱਚ ਆਪਣਾ ਕੋਈ ਨੁਮਾਇੰਦਾ ਨਹੀਂ ਭੇਜੇਗੀ। ਡੰਡੀ ਅਮਰੀਕਾ ਵਿੱਚ 6 ਲੱਖ, ਭਾਰਤ ਵਿੱਚ 4 ਲੱਖ ਅਤੇ ਕੁੱਲ ਦੁਨੀਆ ਵਿੱਚ ਲਗਭਗ 38 ਲੱਖ ਕੋਵਿਡ ਲਾਸ਼ਾਂ ਦੇ ਸਰਕਾਰੀ ਅੰਕੜਿਆਂ ਤੋਂ ਬਾਅਦ ਸ਼ਾਇਦ ਇਹ ਭਾਸ ਸਕਦਾ ਹੈ ਕਿ ਅਸਾਂ ਮਹਾਂਮਾਰੀ ਬਾਰੇ ਕਾਫੀ ਗੱਲ ਕਰ ਲਈ ਹੈ। ਭਖਵੀਂ ਬਹਿਸ ਹੋ ਹਟੀ ਹੈ। ਡੰਡੀ ਪਰ ਸੱਚੀ ਗੱਲ ਇਹ ਹੈ ਕਿ ਬਹੁਤੀ ਦੁਨੀਆ ਵਿੱਚ ਅਤੇ ਖਾਸ ਕਰਕੇ ਸਾਡੇ ਦੇਸ਼ ਭਾਰਤ ਵਿੱਚ ਇਸ ਬਹਿਸ ਦੀ ਹਕੀਕੀ ਸ਼ੁਰੂਆਤ ਵੀ ਨਹੀਂ ਹੋਈ। ਡੰਡੀ ਅਸੀਂ ਉੱਧਰ ਵੇਖਣੋਂ ਆਤੁਰ ਹਾਂ ਜਿੱਧਰ ਕਰੋਨਾ ਵਾਇਰਸ ਸਾਨੂੰ ਗਿੱਚਿਓਂ ਫੜ ਕੇ ਵੇਖਣ ਲਈ ਕਹਿ ਰਿਹਾ ਹੈ। ਡੰਡੀ ਵਾਇਰਸ ਲਾਗ ਲੱਗਣ ਨਾਲ ਫੈਲਦਾ ਹੈ, ਇਸ ਲਈ ਹਕੂਮਤੀ ਫਰਮਾਨ 2 ਗਜ਼ ਦੂਰੀ ਰੱਖਣ ਦਾ ਹੈ। ਡੰਡੀ ਜੇ ਅਸੀਂ ਵਾਇਰਸ ਬਾਰੇ ਗੰਭੀਰ ਪਹੁੰਚ ਦਾ ਭੋਰਾ ਵੀ ਇਰਾਦਾ ਰੱਖਦੇ ਤਾਂ ਅਸੀਂ ਉਹਨਾਂ ਮੁਹੱਲਿਆਂ ਬਸਤੀਆਂ ਬਾਰੇ ਸੋਚਦੇ ਜਿੱਥੇ ਜੀਵਨ ਮੰਜੇ ਨਾਲ ਮੰਜਾ ਢਾਹ ਕੇ ਜੀਵਿਆ ਜਾਂਦਾ ਹੈ ਤੇ ਮਨੁੱਖ ਇੱਕ ਦੂਜੇ ਤੋਂ ਗਿੱਠ ਜਿੰਨੀ ਦੂਰੀ 'ਤੇ ਉਮਰ ਬਿਤਾ ਦਿੰਦੇ ਹਨ। ਡੰਡੀ ਪੂਰੇ ਮੁਲਕ ਵਿੱਚ ਹਾਊਸਿੰਗ ਪਾਲਿਸੀ ਨੂੰ ਲੈ ਕੇ ਇੱਕ ਤੂਫਾਨ ਆਇਆ ਹੁੰਦਾ ਹੈ। ਡੰਡੀ ਕਰੋੜਾਂ ਵਸਿੰਦਿਆਂ ਦੇ ਰਹਿਣ ਸਹਿਣ ਦਾ ਤਰੀਕਾ ਬਦਲਣ ਲਈ ਹਕੂਮਤੀ ਸਰਮਾਏ ਦਾ ਮੂੰਹ ਖੁੱਲ੍ਹ ਜਾਂਦਾ ਹੈ। ਨੀਵੀਆਂ ਨੀਤੀਆਂ ਬਣਦੀਆਂ ਹਨ। ਡੰਡੀ ਕਦੀ ਵਰਜੀਨੀਆ ਵੁਲਫ ਤੋਂ ਦੁਨੀਆ ਭਰ ਦੀਆਂ ਔਰਤਾਂ ਨੇ ਸਿੱਖਿਆ ਸੀ ਕਿ ਕਿਸੇ ਕੁੜੀ ਦੇ ਆਪਣੇ ਕਮਰੇ ਦਾ ਕੀ ਮਹੱਤਵ ਹੁੰਦਾ ਹੈ। ਡੰਡੀ ਅਸੀਂ ਤਾਂ ਹਾਲੇ ਪੂਰੇ ਪਰਿਵਾਰ ਲਈ ਇੱਕ ਕਮਰਾ ਮੁਹੱਈਆ ਕਰਨ ਬਾਰੇ ਗੱਲ ਸ਼ੁਰੂ ਨਹੀਂ ਕੀਤੀ। ਵਾਇਰਸ ਪਤਾ ਨਹੀਂ ਕਿਵੇਂ ਰੋਕਣਾ ਹੈ। ਪ੍ਰਸ਼ਨ ਚਿੰਨ੍ਹ ਵਿਸ਼ਵ ਸਿਹਤ ਸੰਸਥਾ ਦੇ ਅੰਕੜੇ ਦੱਸਦੇ ਹਨ ਕਿ ਕੋਈ 200 ਕਰੋੜ ਲੋਕ ਮੈਲਾ ਰਲਿਆ ਪਾਣੀ ਪੀਣ ਲਈ ਮਜਬੂਰ ਹਨ। ਡੰਡੀ ਇਹਨਾਂ ਵਿੱਚ ਭਾਰਤ ਮਾਤਾ ਦੇ ਬੱਚੇ ਵੱਡੀ ਗਿਣਤੀ ਵਿੱਚ ਹਨ ਅਤੇ ਦਸਤ, ਹੈਜ਼ਾ, ਪੇਚਿਸ਼, ਟਾਈਫਾਈਡ, ਪੋਲੀਓ ਹੱਥੋਂ ਮਰਦੇ ਹਨ। ਡੰਡੀ ਅਸੀਂ ਕਰੋਨਾ ਵਾਇਰਸ ਤੋਂ ਬਾਅਦ ਦੇਸ਼ ਵਿੱਚ ਕਿਹੜੀਆਂ ਵੱਡੀਆਂ ਸਰਗਰਮੀਆਂ ਵੇਖ ਰਹੇ ਹਾਂ ਤਾਂ ਜੋ ਕਿਸੇ ਨੂੰ ਐਸਾ ਪਾਣੀ ਨਾ ਪੀਣਾ ਪਵੇ। ਪ੍ਰਸ਼ਨ ਚਿੰਨ੍ਹ ਹਾਲੇ ਤਾਂ ਅਸੀਂ ਗਲੀ ਦੀ ਸਾਂਝੀ ਟੂਟੀ ਉੱਤੇ ਲੱਗੀ ਕਤਾਰ ਵਿੱਚ 2 ਗਜ਼ ਦੀ ਦੂਰੀ ਨਹੀਂ ਰਹਿੰਦੀ ਅਤੇ ਮਨੁੱਖ ਸਵੈ ਮਾਣ ਦਾ ਘਾਣ ਕਰਵਾ ਕੇ ਮਰਦ ਔਰਤਾਂ ਪਾਣੀ ਭਰਦੇ ਹਨ ਕਿਉਂ ਜੋ ਬੰਦਾ ਪਿਆਸ ਖੁਣੋਂ ਮਰਨ ਨਾਲੋਂ ਵਾਇਰਸ ਨਾਲ ਮਰਨ ਨੂੰ ਤਰਜੀਹ ਦਿੰਦਾ ਹੈ। ਡੰਡੀ ਪੂਰੇ ਮੁਲਕ ਨੂੰ ਹਕੂਮਤੀ ਉਪਦੇਸ਼ ਮਿਲਦਾ ਹੈ ਕਿ ਸਦਾ ਮਾਸਕ ਬੰਨ੍ਹ ਕੇ ਰੱਖੋ ਅਤੇ ਮਾਸਕ ਗਿੱਲਾ ਨਹੀਂ ਹੋਣਾ ਚਾਹੀਦਾ। ਪਰ ਉਹ ਕਿਹੜੀ ਸਰਕਾਰੀ ਨੀਤੀ ਹੈ ਜਿਸ ਅਧੀਨ ਤਪਦੀਆਂ ਧੁੱਪਾਂ ਵਿੱਚ 10 ਨਹੁੰਆਂ ਦੀ ਕਿਰਤ ਕਰਨ ਵਾਲਿਆਂ ਨੂੰ ਇੱਕ ਮਾਸਕ ਗਿੱਲਾ ਹੁੰਦਿਆਂ ਹੀ ਦੂਜਾ ਮੁਹੱਈਆ ਕੀਤਾ ਜਾ ਰਿਹਾ ਹੈ। ਡੰਡੀ ਇੱਛਾ ਸਾਡੀ ਬੜੀ ਹੈ ਕਿ ਲੋਕ ਟੂਣੇ ਟੋਟਕੇ ਨਾ ਕਰਨ
ਵਿਗਿਆਨ ਵਿੱਚ ਯਕੀਨ ਰੱਖਣ ਅਤੇ ਸਰਕਾਰਾਂ ਡਾਕਟਰਾਂ ਦੇ ਦੱਸੇ ਸਭ ਵਿਧੀ ਵਿਧਾਨ ਅਪਣਾਉਣ, ਪਰ ਲੋਕਾਂ ਦਾ ਨਜ਼ਰੀਆ ਵਿਗਿਆਨਕ ਰਹੇ। ਇਸ ਲਈ ਵੱਡੇ ਹੀਲੇ ਵਸੀਲੇ ਕਰਨ ਵਾਲਾ ਕਿਹੜਾ ਕਦਮ ਚੁੱਕਿਆ ਜਾ ਰਿਹਾ ਹੈ? ਪ੍ਰਸ਼ਨ ਚਿੰਨ੍ਹ। ਜਿਹੜਾ ਵਜ਼ੀਰ ਚਾਹੇ ਡਾਰਵਿਨ ਨੂੰ ਕੁੱਟ ਘੱਤਦਾ ਹੈ। ਡੰਡੀ। ਪ੍ਰਧਾਨ ਮੰਤਰੀ ਗਣੇਸ਼ ਜੀ ਦੀ ਪਲਾਸਟਿਕ ਸਰਜਰੀ ਬਾਰੇ ਭਾਸ਼ਣ ਦੇ ਚੁੱਕੇ ਹਨ। ਡੰਡੀ। ਮੁਕਾਬਲਾ ਅਸਾਂ ਕੋਵਿਡ ਦਾ ਕਰਨਾ ਹੈ, ਜਿਹੜਾ ਰੂਪ ਬਦਲ ਬਦਲ ਕੇ ਸਾਨੂੰ ਚਿੰਮੜ ਰਿਹਾ ਹੈ। ਡੰਡੀ। ਜੇ ਸੱਚਮੁੱਚ ਕਰੋਨਾ ਵਾਇਰਸ ਨਾਲ ਲੜਨ ਦਾ ਕੋਈ ਇਰਾਦਾ ਹੁੰਦਾ ਤਾਂ ਸਾਰਾ ਸਰਕਾਰੀ ਪ੍ਰਚਾਰ ਤੰਤਰ ਲੋਕਾਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਨਿਰਮਾਣ ਕਰਨ ਹਿੱਤ ਠਿੱਲ ਪਿਆ ਹੁੰਦਾ। ਡੰਡੀ। ਆਮ ਲੋਕਾਂ ਨੂੰ ਵਿਗਿਆਨਕ ਸੋਚ ਸਮਝਾਉਣ ਵਾਲੇ ਕੈਦੇ ਫੜੀ ਵਿਗਿਆਨ ਜੱਥੇ ਪਿੰਡੋ ਪਿੰਡੀ ਤੋਰੇ ਹੁੰਦੇ। ਡੰਡੀ। ਕਰੋਨਾ ਵਾਇਰਸ ਨੇ ਭਾਵੇਂ ਹਾਲੇ ਧਰਮੀ ਹੋਣ ਦਾ ਕੋਈ ਐਲਾਨ ਨਹੀਂ ਕੀਤਾ, ਪਰ ਅਸੀਂ ਆਪਣੇ ਦੇਸ਼ ਵਿੱਚ ਉਸ ਨੂੰ ਇੱਕ ਖਾਸ ਧਰਮ ਨਾਲ ਜੋੜਨ ਦੀ ਕਵਾਇਦ ਵੇਖੀ। ਡੰਡੀ। ਵੰਡਿਆ ਹੋਇਆ ਸਮਾਜ ਕਿਸੇ ਮਹਾਂਮਾਰੀ ਨਾਲ ਕਿਵੇਂ ਟੱਕਰ ਲੈ ਸਕਦਾ ਹੈ? ਪ੍ਰਸ਼ਨ ਚਿੰਨ੍ਹ। ਜੇ ਵਾਰ-ਵਾਰ ਪ੍ਰਵਾਸੀ ਘਰਾਂ ਨੂੰ ਪਰਤਦੇ ਖੱਜਲ ਖੁਆਰ ਹੁੰਦੇ ਦਿਸੇ ਅਤੇ ਉਹਨਾਂ ਦੇ ਨਾਲ ਵਾਇਰਸ ਲੰਬੇ ਸਫ਼ਰਾਂ 'ਤੇ ਨਿਕਲਦਾ ਰਿਹਾ, ਤਾਂ ਤੁਸੀਂ ਕੰਮ, ਰੁਜ਼ਗਾਰ, ਤਨਖਾਹ ਦੀ ਸੁਰੱਖਿਆ ਗਾਰੰਟੀ ਬਾਰੇ ਕਿਹੜੀ ਨੀਤੀਗਤ ਚਾਰਾਜੋਈ ਹੁੰਦੀ ਵੇਖ ਰਹੇ ਹੋ? ਪ੍ਰਸ਼ਨ ਚਿੰਨ੍ਹ। ਕਰੋਨਾ ਅਤੇ ਸਮਾਜ ਦੀ ਬਣਤਰ ਦਾ ਸਿੱਧਾ ਸੰਬੰਧ ਹੈ। ਡੰਡੀ। ਲੋਕ ਕਿਵੇਂ ਰਹਿੰਦੇ ਹਨ, ਆਪੋ ਵਿੱਚ ਕਿਵੇਂ ਵਿਚਰਦੇ ਹਨ, ਕਿਹੋ ਜਿਹੇ ਘਰਾਂ ਵਿੱਚ ਗੁਜ਼ਰ ਬਸਰ ਕਰਦੇ ਹਨ, ਕਿੰਨਾ ਪੌਸ਼ਟਿਕ ਭੋਜਨ ਖਾਂਦੇ ਹਨ, ਕਿਹੜਾ ਪਾਣੀ ਪੀਂਦੇ ਹਨ, ਕਿਹੋ ਜਿਹੇ ਹਸਪਤਾਲਾਂ ਤੱਕ ਦੌੜਦੇ ਹਨ, ਉਹਨਾਂ ਦੇ ਬੱਚੇ ਕਿੱਥੇ ਪੜ੍ਹਦੇ ਹਨ, ਕਿੱਥੇ ਖੇਡਦੇ ਹਨ? ਪ੍ਰਸ਼ਨ ਚਿੰਨ੍ਹ। ਇਹ ਸਭ ਤੈਅ ਕਰਦਾ ਹੈ ਕਿ ਕਰੋਨਾ ਕਿਸੇ ਦੇ ਘਰ, ਮੁਹੱਲੇ, ਬਸਤੀ ਵਿੱਚ ਆਵੇਗਾ ਜਾਂ ਨਹੀਂ? ਪ੍ਰਸ਼ਨ ਚਿੰਨ੍ਹ। ਅਤੇ ਜੇ ਆ ਗਿਆ ਤਾਂ ਤੁਹਾਡੇ ਨਾਲ ਕੀ ਬੀਤੇਗੀ? ਤੁਸੀਂ ਜਿਉਂਦੇ ਰਹੋਗੇ ਕਿ ਮਰ ਜਾਓਗੇ ਜਾਂ ਕੰਗਾਲ ਹੋ ਜਾਓਗੇ? ਪ੍ਰਸ਼ਨ ਚਿੰਨ੍ਹ। ਜੇ ਸਮਾਜ ਗੰਭੀਰ ਹੁੰਦਾ ਤਾਂ ਅੱਜ ਹਰ ਗਲੀ ਨੁੱਕਰ ਉੱਤੇ ਘੱਟੋ ਘੱਟ ਬੁਨਿਆਦੀ ਆਮਦਨ, ਯੂਨੀਵਰਸਲ ਮਿਨੀਮਮ ਬੇਸਿਕ ਇਨਕਮ ਬਾਰੇ ਅਤੇ ਸੋਸ਼ਲ ਸਿਕਿਉਰਿਟੀ ਨੈੱਟ ਬਾਰੇ ਬਹਿਸ ਹੋ ਰਹੀ ਹੁੰਦੀ। ਡੰਡੀ। ਮੱਧ ਵਰਗ ਜਾਂ ਉੱਚ ਮੱਧ ਵਰਗ ਨੂੰ ਜਿਹੋ ਜਿਹੇ ਬਿੱਲ ਨਿੱਜੀ ਹਸਪਤਾਲ ਦੇ ਰਹੇ ਹਨ, ਉਹਦੇ ਨਾਲ ਭਾਰਤ ਦੀ ਸਿਹਤ ਪ੍ਰਣਾਲੀ ਦੀ ਸਾਖ ਜਿਸ ਕਦਰ ਬੁਲੰਦ ਹੋਈ ਹੈ, ਉਸ ਬਾਰੇ ਹਕੂਮਤੀ ਫਿਕਰਮੰਦੀ ਤੁਹਾਨੂੰ ਕਿਸ ਤਬਸਰੇ ਜਾਂ ਫੈਸਲੇ ਵਿੱਚ ਦਿਖਾਈ ਦਿੱਤੀ ਹੈ? ਪ੍ਰਸ਼ਨ ਚਿੰਨ੍ਹ। ਮਰਨੇ 'ਤੇ 20 ਜਣੇ ਇਕੱਠੇ ਹੋ ਸਕਦੇ ਹਨ, ਵਿਆਹ 'ਤੇ 30 ਜਣੇ ਅਤੇ 200 ਸੀਟਾਂ ਵਾਲੇ ਰੈਸਤਰਾਂ ਵਿੱਚ 100 ਜਣੇ ਰੋਟੀ ਖਾ ਲੈਣ। ਇੱਦਾਂ ਕਰਕੇ ਅਸੀਂ ਕਰੋਨਾ ਨੂੰ ਕਨਫਿਊਜ਼ ਕਰ ਰਹੇ ਹਾਂ ਜਾਂ ਮੁਹੱਈਆ ਪ੍ਰੋਗਰਾਮਾਂ ਲਈ ਕੱਚਾ ਮਾਲ ਘੜ ਰਹੇ ਹਾਂ? ਪ੍ਰਸ਼ਨ ਚਿੰਨ੍ਹ। ਪੱਛਮ ਵਿੱਚ ਗੰਭੀਰ
ਮੁਤਾਲਿਆ ਹੋ ਰਿਹਾ ਹੈ ਕਿ ਕਿਵੇਂ ਵਾਇਰਸ ਨੇ ਸਿਆਹ ਫਾਮ ਅਤੇ ਰੰਗ ਵਾਲੀ ਵਸੋਂ ਨੂੰ ਵਧੇਰੇ ਪ੍ਰਭਾਵਿਤ ਕੀਤਾ। ਡੈਂਡੀ ਸਾਡੇ ਅਧਿਐਨ ਕਿੱਥੇ ਹਨ ਕਿ ਦਮਿਤ ਸਮਾਜ ਨੂੰ ਇਸ ਨਾਮੁਰਾਦ ਬਿਮਾਰੀ ਨੇ ਕਿਵੇਂ ਪ੍ਰਭਾਵਿਤ ਕੀਤਾ ਹੈ। ਡੈਂਡੀ ਤੁਹਾਡਾ ਸ਼ਾਇਦ ਵੱਖਰਾ ਹੋਵੇ ਪਰ ਮੇਰਾ ਜ਼ਾਤੀ ਤਜਰਬਾ ਇਹੀ ਰਿਹਾ ਹੈ ਕਿ ਕਿਸੇ ਵੀ ਵਾਕਫ ਜਾਂ ਸਨੇਹੀ ਦੀ ਬਿਮਾਰੀ ਜਾਂ ਮੌਤ ਵੇਲੇ ਪੁੱਛਿਆ ਜਾਂਦਾ ਹੈ ਕਿ ਕੀ ਪਹਿਲੋਂ ਹੋਰ ਵੀ ਕੋਈ ਬਿਮਾਰੀ ਸੀ ਅਤੇ ਉਮਰ ਕਿੰਨੀ ਸੀ। ਪ੍ਰਸ਼ਨ ਚਿੰਨ੍ਹ ਤੁਸੀਂ ਵੀ ਜਾਣਦੇ ਹੋ ਕਿ ਸਵਾਲ ਸਿਰਫ ਵਿਗਿਆਨ 'ਚੋਂ ਨਹੀਂ ਆ ਰਿਹਾ ਹੁੰਦਾ। ਡੈਂਡੀ ਅਸਾਂ ਪਹਿਲੋਂ ਬਿਮਾਰ ਜਾਂ ਬਜ਼ੁਰਗ ਨੂੰ ਮਨ ਵਿੱਚ ਹੀ ਡਿਸਪੋਜ਼ੇਬਲ ਧਾਰ ਲਿਆ ਹੈ। ਡੈਂਡੀ ਇੱਥੋਂ ਤੱਕ ਆ ਹੀ ਗਏ ਹਾਂ ਤਾਂ ਖੁੱਲ੍ਹ ਕੇ ਇਹੀ ਕਹਿ ਦੇਣਾ ਚਾਹੀਦਾ ਹੈ ਕਿ ਕੁੱਲ ਗਰੀਬ ਬਾਰੇ ਵੀ ਸਾਡੀ ਪਹੁੰਚ ਇਹੀ ਹੈ। ਡੈਂਡੀ ਸੋਚੋ ਜੇ ਇੰਨੀਆਂ ਲਾਸ਼ਾਂ ਗੰਗਾ ਵਿੱਚ ਨਾ ਵਹਿੰਦੀਆਂ ਪਰ ਸਾਡੇ ਕਿਸੇ ਸ਼ਹਿਰ ਦੇ ਕਿਸੇ ਪੋਸ਼ ਇਲਾਕੇ ਵਿੱਚ ਅਰਥੀਆਂ ਵੱਧ ਜਾਂਦੀਆਂ ਤਾਂ ਸਾਡਾ ਪ੍ਰਤੀਕਰਮ ਕੀ ਹੁੰਦਾ। ਪ੍ਰਸ਼ਨ ਚਿੰਨ੍ਹ ਸਾਡੀਆਂ ਜ਼ਿੰਦਗੀਆਂ ਨੂੰ ਰਵਾਂ ਰੱਖਣ ਵਾਲੇ ਕਾਮੇ ਮਜ਼ਦੂਰ ਡਰਾਈਵਰ ਨੌਕਰ ਨੌਕਰਾਣੀਆਂ ਸਬਜ਼ੀ ਫਰੋਸ਼ ਭਾਵੇਂ ਭੰਗ ਦੇ ਭਾਅ ਪੁੱਜਣ ਸਾਰੀ ਦੁਨੀਆ ਨੂੰ ਇਸ ਦੇਸ਼ ਦੇ ਮਨ ਕੀ ਬਾਤ ਪਤਾ ਲੱਗ ਗਈ ਹੈ। ਡੈਂਡੀ ਸਾਡਾ ਵਾਇਰਸ ਨਾਲ ਲੜਨ ਦਾ ਕੋਈ ਇਰਾਦਾ ਨਹੀਂ ਵਰਨਾ ਸਾਡੇ ਘਰ ਬਾਹਰ ਅਖਬਾਰ ਟੀਵੀ ਚੌਕ ਵਿੱਚ ਗੱਲਾਂ ਹੋਰ ਹੁੰਦੀਆਂ। ਡੰਡੀ ਹਾਲੇ ਅਸੀਂ ਇਹੀ ਵਾਚ ਰਹੇ ਹਾਂ ਕਿ ਠੋਕੋ ਤਾਲੀ ਵਾਲਾ ਕੁਝ ਹੋਰ ਵੀ ਕਹੇਗਾ। ਪ੍ਰਸ਼ਨ ਚਿੰਨ੍ਹ ਵੇਖੀ ਚੱਲੋ ਖੌਰੇ ਹਾਲੇ ਹੋਰ ਕੀ ਪ੍ਰਗਟ ਹੋਣਾ ਹੈ। ਪ੍ਰਸ਼ਨ ਚਿੰਨ੍ਹ ਇਸੇ ਦੌਰਾਨ ਸੂਬਾ ਪੰਜਾਬ ਦੀ ਸਰਕਾਰ ਦੇ ਸਿੰਧ ਸਰਕਾਰ ਦੇ ਰੁੱਖ ਦੀ ਮਜ਼ਬਤ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਦਰਿਆਈ ਪਾਣੀਆਂ ਦੀ ਵੰਡ ਸੰਬੰਧੀ ਸਮਝੌਤੇ ਵਿੱਚ ਪਹਿਲਾਂ ਹੀ ਇੱਕ ਧਿਰ ਹੈ ਅਤੇ ਉਸ ਦੀ ਨੀਅਤ ਉੱਤੇ ਸ਼ੱਕ ਨਹੀਂ ਕੀਤਾ ਜਾਣਾ ਚਾਹੀਦਾ। ਡੰਡੀ ਧਰਮਸ਼ਾਲਾ ਢਾਉਣ 'ਤੇ ਰੋਕ ਪਾਕਿਸਤਾਨ ਸੁਪਰੀਮ ਕੋਰਟ ਨੇ ਕਰਾਚੀ ਵਿੱਚ ਸਥਿਤ ਇੱਕ ਧਰਮਸ਼ਾਲਾ ਨੂੰ ਢਾਏ ਜਾਣ ਉੱਤੇ ਰੋਕ ਲਾ ਦਿੱਤੀ ਹੈ। ਡੰਡੀ ਰੋਕ ਸੰਬੰਧੀ ਹੁਕਮ ਸ਼ਨਿਚਰਵਾਰ ਨੂੰ ਚੀਫ ਜਸਟਿਸ ਗੁਲਜ਼ਾਰ ਅਹਿਮਦ ਦੀ ਅਗਵਾਈ ਵਾਲੇ 3 ਜੱਜਾਂ ਦੇ ਬੈਂਚ ਨੇ ਜਾਰੀ ਕੀਤੇ। ਡੰਡੀ ਚੀਫ ਜਸਟਿਸ ਨੇ ਸਿੰਧ ਸਰਕਾਰ ਦੇ ਵਿਰਾਸਤੀ ਸੰਭਾਲ ਮਹਿਕਮੇ ਦੀ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਧਰਮਸ਼ਾਲਾ ਦੀ ਸਥਿਤੀ ਸੰਬੰਧੀ ਰਿਪੋਰਟ ਮੰਗ ਲਈ ਹੈ। ਡੰਡੀ ਉਹਨਾਂ ਨੇ ਕਰਾਚੀ ਦੇ ਕਮਿਸ਼ਨਰ ਨੂੰ ਵੀ ਹਦਾਇਤ ਕੀਤੀ ਕਿ ਉਹ 716 ਵਰਗ ਗਜ਼ ਰਕਬੇ ਵਿੱਚ ਉਸਰੀ ਇਸ ਧਰਮਸ਼ਾਲਾ ਦਾ ਕਬਜ਼ਾ ਆਪਣੇ ਹੱਥਾਂ ਵਿੱਚ ਲਵੇ ਅਤੇ ਹਦਾਇਤ ਦੀ ਤਾਮੀਲ ਦੀ ਰਿਪੋਰਟ ਤੁਰੰਤ ਈਮੇਲ ਰਾਹੀਂ ਸੁਪਰੀਮ ਕੋਰਟ ਦੀ ਰਜਿਸਟਰੀ ਨੂੰ ਭੇਜੇ। ਡੰਡੀ ਅਮਰੀਕਾ ਦੀਆਂ
ਕੁਝ ਯੂਨੀਵਰਸਿਟੀਆਂ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ 2020 ਵਿੱਚ ਅਮਰੀਕਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਅਮਰੀਕਨਾਂ ਵਿੱਚੋਂ ਲਗਭਗ 50% ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਡੈਂਡੀ ਇਹ ਸਰਵੇਖਣ, ਜਿਸ ਨੂੰ ਭਾਰਤੀ ਅਮਰੀਕਨ ਵਿਹਾਰ ਰਵੱਈਆ ਸਰਵੇਖਣ ਕਿਹਾ ਗਿਆ ਹੈ, ਜੌਨ ਹਾਪਕਿੰਜ਼ ਯੂਨੀਵਰਸਿਟੀ, ਯੂਨੀਵਰਸਿਟੀ ਆਫ ਪੈਨਸਿਲਵੇਨੀਆ ਅਤੇ ਕਾਰਨੇਗੀ ਮੈਲਨ ਯੂਨੀਵਰਸਿਟੀ ਨੇ ਯੂਗਵ ਨਾਂ ਦੀ ਸੰਸਥਾ ਨਾਲ ਮਿਲ ਕੇ ਕੀਤਾ। ਡੈਂਡੀ ਸਰਵੇਖਣ ਸਤੰਬਰ 2020 ਵਿੱਚ ਕੀਤਾ ਗਿਆ ਅਤੇ ਵਿਤਕਰੇ ਹੋਣ ਦੀ ਸਮਾਂ ਸੀਮਾ 1 ਸਾਲ ਲਈ ਗਈ। ਡੈਂਡੀ ਇਹ ਉਹ ਸਮਾਂ ਸੀ ਜਦੋਂ ਅਮਰੀਕਾ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਹੋ ਰਹੀਆਂ ਸਨ ਅਤੇ ਨਸਲਵਾਦੀ ਜਥੇਬੰਦੀਆਂ ਦੇਸ਼ ਵਿੱਚ ਨਸਲਵਾਦ ਉਭਾਰ ਰਹੀਆਂ ਸਨ। ਡੈਂਡੀ ਏਸ਼ੀਆ ਮੂਲ ਦੇ ਲੋਕਾਂ ਨੂੰ ਇਸ ਕਾਰਨ ਵੀ ਵਿਤਕਰਿਆਂ ਦਾ ਜ਼ਿਆਦਾ ਸਾਹਮਣਾ ਕਰਨਾ ਪਿਆ ਕਿਉਂਕਿ ਡੋਨਾਲਡ ਟਰੰਪ ਖੁਦ ਕੋਵਿਡ-19 ਨੂੰ ਚੀਨੀ ਫਲੂ, ਵੁਹਾਨ ਫਲੂ ਆਦਿ ਕਹਿ ਕੇ ਗੋਰੇ ਨਸਲਵਾਦੀਆਂ ਦੀ ਹਿੰਮਤ ਵਧਾ ਰਿਹਾ ਸੀ। ਡੈਂਡੀ ਅਮਰੀਕਾ ਵਿੱਚ ਨਸਲਵਾਦ ਪ੍ਰਮੁੱਖ ਕੌਮੀ ਸਮੱਸਿਆ ਹੈ। ਡੈਂਡੀ ਸਿੱਖ ਭਾਈਚਾਰਾ ਵੀ ਨਸਲਵਾਦੀ ਵਿਤਕਰੇ ਦਾ ਸ਼ਿਕਾਰ ਹੁੰਦਾ ਰਿਹਾ ਹੈ। ਡੈਂਡੀ ਅਪ੍ਰੈਲ 2020 ਵਿੱਚ ਅਮਰੀਕਾ ਦੇ ਇੰਡੀਆਨਾ ਸੂਬੇ ਵਿੱਚ ਫੈਡਐਕਸ ਦੇ ਸਥਾਨ 'ਤੇ ਚਲਾਈ ਗਈ ਗੋਲੀ ਵਿੱਚ 4 ਸਿੱਖ ਮਾਰੇ ਗਏ ਸਨ। ਡੈਂਡੀ ਇਸ ਤੋਂ ਪਹਿਲਾਂ ਹੋਈਆਂ ਕਈ ਘਟਨਾਵਾਂ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਡੈਂਡੀ 2019 ਵਿੱਚ ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ FBI ਨੇ ਵੀ ਮੰਨਿਆ ਸੀ ਕਿ ਸਿੱਖ ਭਾਈਚਾਰੇ ਨੂੰ ਯਹੂਦੀਆਂ ਤੇ ਮੁਸਲਮਾਨਾਂ ਤੋਂ ਬਾਅਦ ਸਭ ਤੋਂ ਜ਼ਿਆਦਾ ਨਸਲਵਾਦੀ ਅਪਰਾਧਾਂ ਦਾ ਸਾਹਮਣਾ ਕਰਨਾ ਪਿਆ। ਡੈਂਡੀ ਗੋਰੇ ਨਸਲਵਾਦੀ ਇਹ ਸਮਝਦੇ ਹਨ ਕਿ ਅਫਰੀਕਾ ਅਤੇ ਏਸ਼ੀਆ ਮੂਲ ਦੇ ਵਾਸੀ ਅਮਰੀਕਾ ਵਿੱਚ ਆ ਕੇ ਗੋਰੇ ਲੋਕਾਂ ਦੀਆਂ ਨੌਕਰੀਆਂ ਅਤੇ ਜਾਇਦਾਦਾਂ 'ਤੇ ਕਬਜ਼ੇ ਕਰ ਰਹੇ ਹਨ। ਡੈਂਡੀ ਅਫਰੀਕੀ ਨਸਲ ਦੇ ਸਿਆਹਫਾਮ ਲੋਕਾਂ ਨੇ ਸਦੀਆਂ ਅਮਰੀਕਾ ਵਿੱਚ ਗੁਲਾਮੀ ਹੰਢਾਈ ਅਤੇ ਉਹਨਾਂ 'ਤੇ ਅਕੈ ਜ਼ੁਲਮ ਹੋਏ। ਡੈਂਡੀ 20ਵੀਂ ਸਦੀ ਦੇ ਸ਼ੁਰੂ ਵਿੱਚ ਭਾਰਤੀ ਅਮਰੀਕਾ ਵਿੱਚ ਜਾਣੇ ਸ਼ੁਰੂ ਹੋਏ ਅਤੇ ਉਹਨਾਂ ਨੂੰ ਵੀ ਬਹੁਤ ਥਾਵਾਂ 'ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਡੈਂਡੀ ਅੰਗਰੇਜ਼ਾਂ, ਫਰਾਂਸੀਸੀਆਂ ਅਤੇ ਸਪੇਨ ਵਾਸੀਆਂ ਨੇ ਅਮਰੀਕਾ ਦੇ ਮੂਲ ਨਿਵਾਸੀ, ਜਿਨ੍ਹਾਂ ਨੂੰ ਰੈੱਡ ਇੰਡੀਅਨਜ਼ ਕਿਹਾ ਜਾਂਦਾ ਹੈ, 'ਤੇ ਵੀ ਜ਼ਬਰ ਕੀਤਾ। ਡੈਂਡੀ ਇਸ ਸਭ ਕੁਝ ਦੇ ਬਾਵਜੂਦ ਅਮਰੀਕਾ ਵਿੱਚ ਸਮਾਨਾਂਤਰ ਜਮਹੂਰੀ ਲਹਿਰ ਕਾਇਮ ਰਹੀ ਹੈ, ਜਿਹੜੀ ਨਸਲਵਾਦ ਅਤੇ ਹੋਰ ਵਿਤਕਰਿਆਂ ਦਾ ਵਿਰੋਧ ਕਰਦੀ ਹੈ। ਡੈਂਡੀ ਇਬਰਾਹਿਮ ਲਿੰਕਨ ਜਿਹਾ ਆਗੂ, ਜਿਸ ਨੇ ਅਮਰੀਕਾ ਵਿੱਚ ਗੁਲਾਮੀ ਦੀ ਪ੍ਰਥਾ ਨੂੰ ਖਤਮ ਕੀਤਾ, ਅਜਿਹੀ ਲਹਿਰ ਦੀ ਹੀ ਪੈਦਾਵਾਰ ਸੀ। ਡੈਂਡੀ ਅਜਿਹੀਆਂ ਜਮਹੂਰੀ ਰਵਾਇਤਾਂ ਕਾਰਨ ਗੋਰੀ ਨਸਲ ਦੇ ਲੋਕਾਂ ਦੀ ਬਹੁਗਿਣਤੀ ਨਸਲਵਾਦ ਦੇ ਵਿਰੁੱਧ ਹੈ। ਡੈਂਡੀ ਅਜਿਹੇ ਸਰਵੇਖਣ ਵੀ ਲੰਮੇ ਸਮੇਂ ਤੋਂ ਚੱਲ ਰਹੀਆਂ ਜਮਹੂਰੀ ਰਵਾਇਤਾਂ ਕਾਰਨ ਹੀ ਕਰਾਏ ਜਾਂਦੇ ਹਨ। ਡੈਂਡੀ
ਲਗਭਗ 25 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਬਸਪਾ ਦੇ ਗੱਠਜੋੜ ਨਾਲ ਪੰਜਾਬ ਦੀਆਂ 2022 ਵਾਲੀਆਂ ਵਿਧਾਨ ਸਭਾ ਚੋਣਾਂ ਦੀ ਇੱਕ ਤਰ੍ਹਾਂ ਨਾਲ ਰਸਮੀ ਸ਼ੁਰੂਆਤ ਹੋ ਗਈ ਹੈ। ਡੈਂਡੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਵੀ ਕੀਤਾ ਹੈ ਕਿ ਖੱਬੇ ਪੱਖੀ ਪਾਰਟੀਆਂ ਨਾਲ ਗੱਠਜੋੜ ਲਈ ਗੱਲਬਾਤ ਚੱਲ ਰਹੀ ਹੈ। ਡੈਂਡੀ ਅਕਾਲੀ ਦਲ ਅਤੇ ਬਸਪਾ ਨੇ 1996 ਦੀਆਂ ਲੋਕ ਸਭਾ ਚੋਣਾਂ ਦੌਰਾਨ ਗੱਠਜੋੜ ਕੀਤਾ ਸੀ, ਜਿਸ ਤਹਿਤ ਕੁੱਲ 13 ਲੋਕ ਸਭਾ ਸੀਟਾਂ ਵਿੱਚੋਂ 11 ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਡੈਂਡੀ ਇਸ ਤੋਂ ਪਹਿਲਾਂ 1992 ਵਿੱਚ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕੀਤਾ ਸੀ ਅਤੇ ਬਸਪਾ 9 ਵਿਧਾਇਕਾਂ ਨਾਲ ਮੁੱਖ ਵਿਰੋਧੀ ਪਾਰਟੀ ਵਜੋਂ ਉੱਭਰੀ ਸੀ। ਡੈਂਡੀ ਖਾੜਕੂਵਾਦ ਦੇ ਦੌਰ ਸਮੇਂ ਪੰਜਾਬ ਖਾਸ ਮਾਹੌਲ ਵਿੱਚੋਂ ਗੁਜ਼ਰ ਰਿਹਾ ਸੀ। ਡੈਂਡੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਜਿੱਤਣ ਪਿੱਛੋਂ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਅਤੇ 1997 ਦੀਆਂ ਵਿਧਾਨ ਸਭਾ ਚੋਣਾਂ ਬਸਪਾ ਨੂੰ ਛੱਡ ਕੇ ਭਾਜਪਾ ਨਾਲ ਮਿਲ ਕੇ ਲੜੀਆਂ ਸਨ। ਡੈਂਡੀ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਵੋਟ ਬੈਂਕ ਨੂੰ ਲੱਗੇ ਵੱਡੇ ਖੋਰੇ ਕਰਕੇ ਪਾਰਟੀ 15 ਸੀਟਾਂ ਤੱਕ ਸੀਮਤ ਹੋ ਗਈ ਸੀ। ਡੈਂਡੀ ਨਸ਼ੇ, ਰੇਤ, ਬਜਰੀ ਵਰਗੇ ਮੁੱਦਿਆਂ, ਖਾਸ ਤੌਰ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨਾਲ ਅਕਾਲੀ ਦਲ ਦਾ ਵੋਟ ਬੈਂਕ ਹਿੱਲ ਗਿਆ। ਡੈਂਡੀ ਪਾਰਟੀ ਨੂੰ 2012 ਦੀਆਂ ਵਿਧਾਨ ਸਭਾ ਵਿੱਚ ਮਿਲੀ 34.7% ਵੋਟ ਘਟ ਕੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 25.2% ਤੱਕ ਆ ਗਈ। ਡੈਂਡੀ ਪਾਰਟੀ ਦਾ ਅੰਦਰੂਨੀ ਸੰਕਟ ਵੱਧਦਾ ਗਿਆ ਅਤੇ ਬਹੁਤ ਸਾਰੇ ਸੀਨੀਅਰ ਆਗੂ ਪਾਰਟੀ ਛੱਡਣ ਲੱਗੇ, ਪਰ ਪਰਿਵਾਰਕ ਦਬਦਬੇ ਕਾਰਨ ਖੁੱਲ੍ਹੇ ਮਨ ਨਾਲ ਘਾਟਾਂ ਕਮਜ਼ੋਰੀਆਂ ਦੀ ਪੜਚੋਲ ਕਰਨ ਦੀ ਜ਼ਰੂਰਤ ਹੀ ਨਹੀਂ ਸਮਝੀ ਗਈ। ਡੈਂਡੀ ਭਾਜਪਾ ਦੀ ਬਿਨਾਂ ਸ਼ਰਤ ਹਮਾਇਤ ਦੇ ਸਮੇਂ ਤੋਂ ਹੀ ਅਕਾਲੀ ਦਲ ਰਾਜਾਂ ਨੂੰ ਵੱਧ ਅਧਿਕਾਰ, ਫੈਡਰਲਿਜ਼ਮ ਦੇ ਆਪਣੇ ਬੁਨਿਆਦੀ ਮੁੱਦੇ ਨੂੰ ਛੱਡ ਕੇ ਕੇਂਦਰੀ ਸੱਤਾ ਵਿੱਚ ਹਿੱਸੇਦਾਰੀ ਤੱਕ ਸੀਮਤ ਹੋ ਗਿਆ। ਡੈਂਡੀ ਬਸਪਾ ਦਾ ਵੋਟ ਬੈਂਕ ਲਗਾਤਾਰ ਸੁੰਗੜ ਰਿਹਾ ਸੀ। ਡੈਂਡੀ 2017 ਵਿੱਚ ਇਹ 1.5% ਤੱਕ ਆ ਗਿਆ, ਪਰ ਲੋਕ ਸਭਾ ਚੋਣਾਂ 2019 ਦੌਰਾਨ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨਾਲ ਹਿੱਸੇਦਾਰੀ ਵਜੋਂ ਇਸ ਨੇ ਕੇਵਲ 3 ਲੋਕ ਸਭਾ ਸੀਟਾਂ ਲੜੀਆਂ, ਜਿਸ ਨਾਲ ਵੋਟ ਹਿੱਸਾ 3.5% ਹੋ ਗਿਆ। ਡੈਂਡੀ ਪੰਜਾਬ 'ਚ ਬਸਪਾ ਨੂੰ ਆਪਣੀ ਹੋਂਦ ਲਈ ਗੱਠਜੋੜ ਦੀ ਜ਼ਰੂਰਤ ਸੀ। ਡੈਂਡੀ ਅਕਾਲੀ ਭਾਜਪਾ ਗੱਠਜੋੜ ਨੂੰ ਹਿੰਦੂ ਸਿੱਖ ਏਕਤਾ ਵਜੋਂ ਉਭਾਰਿਆ ਜਾਂਦਾ ਰਿਹਾ। ਹੁਣ ਅਕਾਲੀ ਬਸਪਾ ਗੱਠਜੋੜ ਨੂੰ ਕਿਰਤੀਆਂ ਦੀ ਏਕਤਾ ਵਜੋਂ ਉਭਾਰਿਆ ਜਾ ਰਿਹਾ ਹੈ। ਡੈਂਡੀ ਗੱਠਜੋੜ ਨੂੰ ਪਿੰਡਾਂ ਅੰਦਰ ਜਾਤ ਦੇ ਸਵਾਲ ਤੇ ਪੈਦਾ ਹੋਣ ਵਾਲੇ ਵਿਵਾਦਾਂ ਨੂੰ ਸੁਲਝਾਉਣ ਦੀ ਚੁਣੌਤੀ ਨਾਲ ਜੂਝਣਾ ਪਵੇਗਾ। ਡੈਂਡੀ ਦਿੱਲੀ ਦੀਆਂ ਬਰੂਹਾਂ ਉੱਤੇ 6.5 ਮਹੀਨਿਆਂ ਤੋਂ ਪੰਜਾਬ ਦੀ ਹੋਂਦ ਬਚਾਉਣ ਲਈ
ਅੰਦੋਲਨ ਚੱਲ ਰਿਹਾ ਹੈ। ਡੈਂਡੀ ਦੇਸ਼ ਵਿਆਪੀ ਰੂਪ ਲੈ ਚੁੱਕਾ ਕਿਸਾਨਾਂ ਮਜ਼ਦੂਰਾਂ ਦਾ ਇਹ ਅੰਦੋਲਨ ਕਾਰਪੋਰੇਟ ਵਿਚਾਰਧਾਰਾ ਅਤੇ ਤਾਕਤਾਂ ਦੇ ਕੇਂਦਰੀਕਰਨ ਖਿਲਾਫ ਮਜ਼ਬੂਤ ਆਵਾਜ਼ ਬਣਿਆ ਹੋਇਆ ਹੈ। ਡੈਂਡੀ ਇਸ ਲਈ ਇਹ ਵੱਡਾ ਸਵਾਲ ਹੈ ਕਿ ਪੰਜਾਬ ਦੇ ਲੋਕ ਫੈਡਰਲਿਜ਼ਮ ਦੇ ਏਜੰਡੇ ਉੱਤੇ ਸਟੈਂਡ ਲੈਣ ਵਾਲੇ ਗੱਠਜੋੜ ਦੇ ਰੂਪ ਵਿੱਚ ਅਕਾਲੀ ਭਾਜਪਾ ਗੱਠਜੋੜ ਉੱਤੇ ਭਰੋਸਾ ਕਰ ਸਕਣਗੇ। ਪ੍ਰਸ਼ਨ ਚਿੰਨ੍ਹ। ਭਾਰਤ ਦੀਆਂ ਇਤਿਹਾਸਕ ਤਸਵੀਰਾਂ ਨਸ਼ਰ ਕਰਨ ਵਾਲੇ ਮਸ਼ਹੂਰ ਹੈਂਡਲ ਹਿਸਟਰੀ ਪਿਕਸ ਨੇ ਹਾਲ ਹੀ ਵਿੱਚ ਕਾਫੀ ਸਮਾਂ ਪਹਿਲਾਂ ਬੰਦ ਹੋ ਚੁੱਕੇ ਹਿੰਦੀ ਮਾਸਿਕ ਰਸਾਲੇ ਧਰਮਯੁੱਗ ਦੀ ਕਵਰ ਸਟੋਰੀ ਅੰਨ ਉਪਜਾਏ ਕਿਸਾਨ ਭੁੱਖੇ ਮਰੇ ਕਿਸਾਨ ਸਤੰਬਰ 1972 ਸ਼ੇਅਰ ਕੀਤੀ ਹੈ। ਡੈਂਡੀ ਇਸ ਸਟੋਰੀ ਦਾ ਲਬੋ ਲਬਾਬ ਇਹ ਸੀ ਕਿ ਮੁਲਕ ਵਾਸਤੇ ਅਨਾਜ ਅਤੇ ਖਾਦ ਖੁਰਾਕ ਪੈਦਾ ਕਰਨ ਵਾਲੇ ਲੋਕੀ ਆਪਣੀ ਜ਼ਿੰਦਗੀ ਕਿਵੇਂ ਭੁੱਖਣ ਭਾਣੇ ਬਿਤਾਉਂਦੇ ਹਨ। ਡੈਂਡੀ ਉਦੋਂ ਹਰੇ ਇਨਕਲਾਬ ਨੂੰ ਸ਼ੁਰੂ ਹੋਇਆ 5 ਸਾਲ ਬੀਤ ਚੁੱਕੇ ਸਨ ਅਤੇ ਉੱਤਰ ਪੱਛਮੀ ਖਿੱਤੇ ਦੇ ਦਲੇਰ ਕਿਸਾਨਾਂ ਨੇ ਮੁਲਕ ਨੂੰ ਨਮੋਸ਼ੀ ਵਾਲੀ ਉਸ ਹਾਲਤ ਵਿੱਚੋਂ ਬਾਹਰ ਕੱਢ ਲਿਆ ਜਿੱਥੇ ਮੁਲਕ ਦੀ ਵੱਡੀ ਆਬਾਦੀ ਲਈ ਰਾਜਮਾ ਖਾਣਾ ਮਿਲਣਾ ਮੁਹਾਲ ਸੀ। ਡੈਂਡੀ ਤਕਰੀਬਨ 50 ਸਾਲਾਂ ਬਾਅਦ ਦਿੱਲੀ ਦੇ ਦਰਾਂ 'ਤੇ ਚੱਲ ਰਿਹਾ ਬੇਮਿਸਾਲ ਅੰਦੋਲਨ ਕਿਸਾਨਾਂ ਦੀ ਤਰਸਯੋਗ ਹਾਲਤ ਦਰਸਾ ਰਿਹਾ ਹੈ ਜੋ ਸਾਰੀਆਂ ਔਕੜਾਂ ਮੁਸੀਬਤਾਂ ਦੇ ਹੁੰਦੇ ਸੁੰਦਿਆਂ ਬਚੇ ਰਹੇ ਅਤੇ ਸਾਲ ਦਰ ਸਾਲ ਰਿਕਾਰਡ ਉਤਪਾਦਨ ਕਰਕੇ ਦਿੰਦੇ ਰਹੇ। ਡੈਂਡੀ ਪਿਛਲੇ ਕਈ ਸਾਲਾਂ ਤੋਂ ਵੱਧ ਰਹੇ ਕਰਜ਼ੇ ਦੇ ਜਾਲ ਕਰਕੇ ਖੁਦਕੁਸ਼ੀਆਂ ਦਾ ਦੌਰ ਆਪਣੇ ਪਿੱਛੇ ਅਣਦੇਖੀ ਅਤੇ ਬੇਰਹਿਮੀ ਦੀਆਂ ਪੈੜਾਂ ਛੱਡ ਰਿਹਾ ਹੈ। ਡੈਂਡੀ ਨੀਤੀਆਂ ਦਾ ਧਿਆਨ ਫਸਲਾਂ ਦਾ ਉਤਪਾਦਨ ਵਧਾਉਣ 'ਤੇ ਕੇਂਦਰਿਤ ਰਹਿਣ ਕਰਕੇ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਜ਼ਿੰਦਗੀ ਦੇ ਬੇਹੱਦ ਮਾੜੇ ਹਾਲਾਤ ਵੱਲ ਅੱਖਾਂ ਮੀਟੀ ਰੱਖੀਆਂ ਹਨ। ਡੈਂਡੀ ਇਹ ਹਾਲਾਤ ਉਸ ਨੁਕਸਦਾਰ ਆਰਥਿਕ ਸੋਚ ਦਾ ਸਿੱਟਾ ਸੀ ਜਿਸ ਦਾ ਨਿਸ਼ਾਨਾ ਕਿਸਾਨਾਂ ਨੂੰ ਖੇਤੀਬਾੜੀ ਵਿੱਚੋਂ ਬਾਹਰ ਕਰਕੇ ਉਹਨਾਂ ਨੂੰ ਸ਼ਹਿਰਾਂ ਦੇ ਦਿਹਾੜੀਦਾਰ ਮਜ਼ਦੂਰਾਂ ਦੀ ਕਤਾਰ ਵਿੱਚ ਖੜ੍ਹੇ ਕਰਨਾ ਸੀ। ਡੈਂਡੀ ਪਿਛਲੇ ਕਈ ਦਹਾਕਿਆਂ ਤੋਂ ਮੁਲਕ ਦੇ ਕਿਸੇ ਨਾ ਕਿਸੇ ਖਿੱਤੇ ਅੰਦਰ ਕਿਸਾਨਾਂ ਦਾ ਘੋਲ ਚੱਲ ਰਿਹਾ ਹੈ ਅਤੇ ਉਹ ਉਚੇਰੇ ਘੱਟੋ ਘੱਟ ਸਮਰਥਨ ਮੁੱਲ MSP ਦੇ ਰੂਪ ਵਿੱਚ ਆਪਣੀਆਂ ਫਸਲਾਂ ਦੇ ਨਿਸ਼ਚਿਤ ਮੁੱਲ ਦੀ ਮੰਗ ਕਰ ਰਹੇ ਹਨ। ਡੈਂਡੀ ਰਹਿ ਕੇ ਕਰਜ਼ਾ ਮੁਕਤੀ ਦੀ ਮੰਗ ਵੀ ਉਠਾਈ ਜਾਂਦੀ ਰਹੀ ਹੈ। ਡੈਂਡੀ ਇਹ ਦੋਵੇਂ ਮੰਗਾਂ ਦਰਅਸਲ ਮੁਲਕ ਦੇ ਪਿਰਾਮਿਡ ਦੇ ਤਲ 'ਤੇ ਪੈਸ ਰਹੀ ਕਿਸਾਨ ਭਾਈਚਾਰੇ ਨੂੰ ਆਰਥਿਕ ਨਿਆਂ ਮੁਹੱਈਆ ਕਰਾਉਣ ਦੀ ਅਣਸਰਦੀ ਲੋੜ ਨੂੰ ਦਰਸਾਉਂਦੀਆਂ ਹਨ ਪਰ ਅਜੇ ਤੱਕ ਕੁਝ ਵੀ ਠੋਸ ਸਾਹਮਣੇ ਨਹੀਂ ਆ ਸਕਿਆ। ਡੈਂਡੀ ਵਾਹ ਲੱਗਦੀ ਰਾਜਾਂ ਵੱਲੋਂ ਕੋਈ ਆਰਜੀ ਰਾਹਤ ਦੇ ਕੇ ਰੋਸ ਮੁਜ਼ਾਹਰਿਆਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਸੀ। ਡੈਂਡੀ ਇਸ ਦੌਰਾਨ ਖੇਤੀਬਾੜੀ ਸੰਕਟ ਦੀ ਹਾਲਤ ਹੋਰ ਵੀ ਜ਼ਿਆਦਾ ਨਿੱਘਰਦੀ ਚਲੀ ਗਈ। ਡੈਂਡੀ ਕੌਮੀ ਅਪਰਾਧ ਰਿਕਾਰਡ ਬਿਊਰੋ ਮੁਤਾਬਕ 2016 ਵਿੱਚ ਮੁਲਕ ਭਰ ਵਿੱਚ ਦਰਜ ਕੀਤੇ
ਖੇਤੀ ਰੋਸ ਪ੍ਰਦਰਸ਼ਨਾਂ ਦੀ ਗਿਣਤੀ 4837 ਸੀ। 2017 ਵਿੱਚ 3300 ਅਤੇ 2018 ਵਿੱਚ 2008 ਸੀ। ਡੰਡੀ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਅਧਿਐਨ ਵਿੱਚ ਆਖਿਆ ਹੈ ਕਿ ਮੁਲਕ ਵਿੱਚ 2017 ਤੋਂ ਲੈ ਕੇ 2021 ਤੱਕ ਵੱਡੇ ਕਿਸਾਨ ਅੰਦੋਲਨਾਂ ਦੀ ਸੰਖਿਆ ਵਿੱਚ 5 ਗੁਣਾ ਵਾਧਾ ਹੋਇਆ ਹੈ। ਡੰਡੀ ਇਹਨਾਂ ਵਿੱਚੋਂ ਜ਼ਿਆਦਾਤਰ ਅੰਦੋਲਨਾਂ ਵਿੱਚ ਮੁਕਾਮੀ ਮੁੱਦਿਆਂ ਤੋਂ ਇਲਾਵਾ ਕਿਸਾਨਾਂ ਦੀਆਂ ਆਰਥਿਕ ਦਿੱਕਤਾਂ ਉਭਾਰੀਆਂ ਜਾਂਦੀਆਂ ਹਨ। ਡੰਡੀ